ਸ਼ਬਦੇ ਹੀ ਨਾਉ ਉਪਜੈ, ਸ਼ਬਦੈ ਮੇਲ ਮਿਲਾਇਆ। ਬਿਨ ਸ਼ਬਦੈ ਸਭ ਜਗ ਬਹੁਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਗੁਰੂ ਪਿਆਰ ਵਾਲਿਓ, ਗੁਰ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਲੜੀਵਾਰ ਗੁਰ ਸ਼ਬਦ ਦੀ ਮਹਿਮਾ, ਗੁਰਬਾਣੀ ਦੀ ਮਹਾਨਤਾ ਦੀ ਵਿਚਾਰ ਕਰ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਸ ਦੇ ਬਾਬਤ ਕਈ ਅਣਜਾਣ ਲੋਕ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਮਤਾਂ ਦੇ ਸਿਧਾਂਤਾਂ ਨੂੰ ਥਾਂ ਦਿੱਤੀ ਗਈ ਹੈ, ਜਦੋਂ ਕਿ ਇਹ ਗੱਲ ਕਤਈ ਠੀਕ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬਿਲਕੁਲ ਨਵੇਕਲੀ ਹੈ, ਵਿਲੱਖਣ ਹੈ। ਗੁਰੂ ਸਾਹਿਬ ਜੀ ਨੇ ਸਮੁੱਚੀ ਮਨੁੱਖਤਾ ਦਾ ਇੱਕੋ ਧਰਮ ਮੰਨਿਆ। ਉਹ ਧਰਮ ਹੈ ਕਿ ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ, ਜਿਹੜਾ ਸਾਨੂੰ ਰਿਜ਼ਕ ਦੇ ਰਿਹਾ ਔਰ ਜਿਸ ਦੇ ਹੱਥ ਦੇ ਵਿੱਚ ਮਾਰਨ ਦੀ ਸ਼ਕਤੀ ਵੀ ਹੈ, ਉਸ ਦੇ ਨਾਮ ਦਾ ਆਰਾਧਨ ਕੀਤਾ ਜਾਏ, ਉਹਦੇ ਗੁਣਾਂ ਨੂੰ ਪੜ੍ਹਿਆ ਜਾਵੇ, ਗਾਵਿਆ ਜਾਵੇ ਤੇ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਇਆ ਜਾਵੇ। ਇਸ ਤੋਂ ਇਲਾਵਾ ਜੋ ਇਸ ਸੱਚੇ ਨਾਮ ਸਿਮਰਨ ਦੇ, ਇਸ ਧਰਮ ਦੇ ਰਾਹ ਦੇ ਵਿੱਚ ਰੁਕਾਵਟ ਨੇ, ਉਹਨਾਂ ਅਨਮਤੀ ਸਿਧਾਂਤਾਂ ਦਾ ਸਗੋਂ ਭਰਪੂਰ ਖੰਡਨ ਕੀਤਾ ਗਿਆ ਹੈ, ਜਿਵੇਂ ਕਿ ਸੂਤਕ ਪਾਤਕ, ਛੂਆ ਛਾਤ, ਸੁੱਚ ਭਿੱਟ, ਜਾਤ ਪਾਤ ਆਦਿਕ ਨੂੰ ਗੁਰਬਾਣੀ ਸਿਧਾਂਤ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਥਾਂ ਨਹੀਂ ਹੈ। ਸੋ ਅੱਜ ਗੁਰ ਸ਼ਬਦ ਦੀ ਮਹਿਮਾ, ਗੁਰਬਾਣੀ ਦੀ ਵਿਚਾਰ ਕਰਦਿਆਂ ਧੰਨ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਇਤਿਹਾਸ ਤੇ ਗੁਰਬਾਣੀ ਦੀ ਸੰਖੇਪ ਵਿਚਾਰ ਕਰਾਂਗੇ। ਉਹ ਧੰਨ ਗੁਰੂ ਅਮਰਦਾਸ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਚਰਨਾਂ ਵਿੱਚ ਆਉਣ ਤੋਂ ਪਹਿਲਾਂ 20 ਵਾਰੀ ਗੰਗਾ ਤੇ ਇਸ਼ਨਾਨ ਕਰਨ ਗਏ, ਤੀਰਥ ਯਾਤਰਾ ਕੀਤੀ। ਉਹ ਉਸ ਘਰ ਵਿੱਚ ਆਉਣ ਲੱਗੇ ਨੇ ਸ਼ਬਦ ਨੂੰ ਸੁਣ ਕੇ, ਜਿਸ ਘਰ ਦਾ ਮੁੱਢਲਾ ਸਿਧਾਂਤ ਇਹ ਹੈ, ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਤੀਰਥ ਨਹਾਵਣ ਜਾਵੋ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਹੁਕਮਾਂ ਨਾਲ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰ ਸ਼ਬਦ ਦੀ ਬਰਕਤ ਵਰਤਾ ਰਹੇ ਨੇ। ਸਤਿਗੁਰੂ ਜੀ ਦੀਆਂ 2 ਪੁੱਤਰੀਆਂ ਨੇ, ਬੀਬੀ ਅਮਰੋ ਤੇ ਬੀਬੀ ਅਨੋਖੀ। ਬੀਬੀ ਅਮਰੋ ਬਾਸਰ ਕੇ ਪਿੰਡ ਵਿੱਚ ਵਿਆਹੀ ਹੋਈ ਹੈ, ਜਿਹੜਾ ਬਾਬਾ ਅਮਰਦਾਸ ਜੀ ਦਾ ਪਿੰਡ ਹੈ, ਔਰ ਬਾਬੇ ਅਮਰਦਾਸ ਦੇ ਭਰਾ ਦੀ ਨਹੁੰ ਹੈ। ਜਦੋਂ 20ਵੀਂ ਵਾਰ ਗੰਗਾ ਦੀ ਯਾਤਰਾ ਤੋਂ ਵਾਪਸ ਆਉਂਦਿਆਂ ਇਸ ਬਾਬਾ ਅਮਰਦਾਸ ਜੀ ਨੂੰ ਨਾਲ ਦੇ ਯਾਤਰੀ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤੇ ਬਾਬਾ ਜੀ ਨੇ ਆਖਿਆ ਕਿ ਮੈਂ ਗੁਰੂ ਧਾਰਨ ਨਹੀਂ ਕੀਤਾ। ਉਸ ਨੇ ਬੜੇ ਸਖਤ ਬਚਨ ਕਹੇ ਕਿ ਮੇਰੇ ਕੀਤੇ ਹੋਏ ਕਰਮ ਧਰਮ ਹੁਣ ਤੱਕ ਦੇ ਸਾਰੇ ਭ੍ਰਿਸ਼ਟ ਹੋ ਗਏ, ਮੈਂ ਇੱਕ ਨਗੁਰੇ ਦਾ ਸੰਗ ਕਰਦਾ ਰਿਹਾ।
ਇਸ ਗੱਲ ਨੇ ਬੜੀ ਚੋਟ ਪਹੁੰਚਾਈ। ਬਾਬਾ ਅਮਰਦਾਸ ਆਪਣੇ ਪਿੰਡ ਵਿੱਚ ਆਏ। ਹਿਰਦੇ ਦੇ ਅੰਦਰ ਉਹ ਤੜਫ ਪੈਦਾ ਹੋਈ ਕਿ ਮੈਂ ਗੁਰੂ ਧਾਰਨ ਕਰਾਂ। ਰਾਤ ਭਰ ਨੀਂਦ ਨਹੀਂ ਪੈਂਦੀ। ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਤੇ ਕੰਨਾਂ ਦੇ ਵਿੱਚ ਕੋਈ ਆਵਾਜ਼ ਪਈ। ਜਿਸ ਪਾਸਿਓਂ ਆਵਾਜ਼ ਆ ਰਹੀ ਉਸ ਪਾਸੇ ਨੂੰ ਕਦਮ ਚੱਲ ਪਏ। ਬਾਬਾ ਅਮਰਦਾਸ ਤੁਰਦਾ ਹੋਇਆ ਆਪਣੇ ਭਰਾ ਦੇ ਘਰ ਤੱਕ ਪਹੁੰਚਿਆ ਜਿੱਥੋਂ ਆਵਾਜ਼ ਆ ਰਹੀ ਹੈ। ਕੋਲ ਗਿਆ, ਵੇਖਿਆ ਕਿ ਮੇਰੇ ਭਰਾ ਦੀ ਨਹੁੰ ਜੋ ਦੁੱਧ ਰਿੜਕ ਰਹੀ ਹੈ, ਨਾਲ ਨਾਲ ਕਿਸੇ ਸ਼ਬਦ ਨੂੰ ਪੜ੍ਹ ਰਹੀ ਹੈ, ਗਾ ਰਹੀ ਹੈ। ਇਹ ਉਹ ਬੀਬੀ ਹੈ, ਬੀਬੀ ਅਮਰੋ, ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ। ਅੰਮ੍ਰਿਤ ਵੇਲੇ ਦਾ ਸਮਾਂ, ਨਾਲ ਦੁੱਧ ਰਿੜਕਦੀ ਹੈ, ਨਾਲ ਸ਼ਬਦ ਦਾ ਪਾਠ ਕਰਦੀ ਹੈ। ਸਾਡੇ ਇਤਿਹਾਸ ਨੇ ਲਿਖਿਆ ਕਿ ਬੀਬੀ ਉਸ ਸਮੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਹਰ ਗੁਣ ਨਾਹੀਂ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਸ ਸ਼ਬਦ ਦਾ ਪਾਠ ਕਰ ਰਹੀ ਸੀ। ਬਾਬਾ ਅਮਰਦਾਸ ਕੋਲ ਜਾ ਕੇ ਖੜਾ ਹੋਇਆ, ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਧੀਏ, ਇਹ ਜੋ ਤੂੰ ਪੜ੍ਹ ਰਹੀ ਹੈ ਇਹ ਕੀ ਹੈ? ਬੀਬੀ ਅਮਰੋ ਨੇ ਆਖਿਆ, ਪਿਤਾ ਜੀ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸ਼ਬਦ ਹੈ ਜੋ ਮੈਂ ਪੜ੍ਹ ਰਹੀ ਹਾਂ। ਬਾਬਾ ਜੀ ਆਖਣ ਲੱਗੇ, ਧੀਏ, ਜਿਸ ਸ਼ਬਦ ਨੇ ਮੈਨੂੰ ਖਿੱਚ ਪਾਈ ਹੈ, ਮੇਰੇ ਤੜਫਦੇ ਹਿਰਦੇ ਨੂੰ ਸ਼ਾਂਤੀ ਦਿੱਤੀ ਹੈ, ਮੇਰੇ ਤੇ ਇੱਕ ਕਿਰਪਾ ਕਰ, ਮੈਨੂੰ ਵੀ ਗੁਰੂ ਮਿਲਾ ਦੇ। ਮੈਂ ਵੀ ਇਸ ਸ਼ਬਦ ਦਾ ਵਾਰਸ ਬਣਾ ਜਿਸ ਸ਼ਬਦ ਦੇ ਵਿੱਚ ਇੰਨੀ ਕੁ ਨਿਰਮਲਤਾ ਹੈ, ਇੰਨੀ ਕੁ ਠੰਡਕ ਹੈ। ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ, ਉਸ ਸਮੇਂ ਬਾਬਾ ਅਮਰਦਾਸ ਨੇ ਉਹਨਾਂ ਨੂੰ ਲੈ ਕੇ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਦੇ ਕੋਲ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਈ। ਗੁਰੂ ਅਮਰਦਾਸ, ਜੋ ਸਮੇਂ ਬਾਬਾ ਅਮਰਦਾਸ ਨੇ ਅਜੇ ਗੁਰੂ ਨਹੀਂ ਬਣੇ, ਜਦੋਂ ਸਾਹਮਣੇ ਉਹਨਾਂ ਨੂੰ ਦੇਖਿਆ ਤੇ ਦੁਨੀਆਦਾਰੀ ਦੇ ਤੌਰ ਤੇ ਕੁੜਮਾਚਾਰੀ ਦਾ ਵੀ ਰਿਸ਼ਤਾ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉੱਠ ਕੇ ਖੜੇ ਹੋਏ, ਗਲੇ ਮਿਲਣ ਲੱਗੇ ਤੇ ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਆਖਿਆ, ਸਤਿਗੁਰੂ, ਮੈਂ ਅੱਜ ਕੁੜਮਾਚਾਰੀ ਦੇ ਰਿਸ਼ਤੇ ਦੇ ਨਾਲ ਨਹੀਂ ਆਇਆ, ਅੱਜ ਮੈਂ ਸੇਵਾਦਾਰ ਬਣ ਕੇ ਆਇਆ, ਸਿੱਖ ਬਣਨ ਵਾਸਤੇ ਆਇਆ, ਮੇਰੇ ਤੇ ਕਿਰਪਾ ਕਰੋ। ਸਤਿਗੁਰੂ ਜੀ ਨੇ ਪਿਆਰ ਦਿੱਤਾ, ਆਪਣੇ ਚਰਨਾਂ ਨਾਲ ਜੋੜਿਆ ਤੇ ਬਾਬੇ ਅਮਰਦਾਸ ਦੀ ਬੇਨਤੀ ਹੈ ਕਿ ਸਤਿਗੁਰੂ, ਮੈਂ ਸੇਵਾਦਾਰ ਬਣ ਕੇ ਆਇਆ, ਸਿੱਖ ਬਣਨ ਵਾਸਤੇ ਆਇਆ, ਮੈਨੂੰ ਸੇਵਾ ਬਖਸ਼ੋ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਲੰਗਰ ਵਿੱਚ ਜਲ ਲਿਆਉਣ ਦੀ ਸੇਵਾ ਬਖਸ਼ਿਸ਼ ਕੀਤੀ ਹੈ ਤੇ ਸਤ ਸੰਗਤ ਦਾ ਜੋ ਰੰਗ ਹੈ, ਗੁਰ ਸ਼ਬਦ ਦਾ ਪ੍ਰਵਾਹ ਹੈ, ਸਤ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਹੈ। ਬਾਬਾ ਅਮਰਦਾਸ ਨੇ 12 ਸਾਲ ਗਾਗਰ ਦੇ ਨਾਲ ਗੁਰੂ ਘਰ ਦੇ ਲੰਗਰ ਲਈ ਔਰ ਗੁਰੂ ਦੇ ਇਸ਼ਨਾਨ ਲਈ ਜਲ ਢੋਇਆ। ਗੁਰੂ ਪ੍ਰਸੰਨ ਹੋਇਆ, ਸਮਾਂ ਆ ਗਿਆ 1552 ਈਸਵੀ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਨੂੰ ਗੁਰਿਆਈ ਗੱਦੀ ਤੇ ਬਿਰਾਜਮਾਨ ਕਰਵਾਇਆ ਕੀਤਾ ਤੇ
ਬਖਸ਼ਾਂ ਕੀਤੀਆਂ। ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਦੇ ਵਿੱਚ ਸ਼ਬਦ ਦੀ ਕਮਾਈ ਕਰਦਿਆਂ, ਸੇਵਾ ਦੀ ਘਾਲ ਘਾਲਦਿਆਂ ਬਾਬਾ ਅਮਰਦਾਸ ਜੀ ਨੇ ਗਾਗਰ ਦੇ ਨਾਲ ਸੇਵਾ ਕਰਦਿਆਂ ਸਫ਼ਰ ਆਰੰਭ ਕੀਤਾ ਤੇ ਬਾਬਾ ਅਮਰਦਾਸ ਗਾਗਰ ਦੀ ਸੇਵਾ, ਗਾਗਰ ਦੇ ਸਫ਼ਰ ਤੋਂ ਗੁਰੂ ਅੰਗਦ ਸਾਹਿਬ ਗੁਰੂ ਸਾਗਰ ਤੱਕ ਦਾ ਸਫ਼ਰ ਕਰਨ ਵਿੱਚ ਸਫਲ ਹੋ ਗਏ। ਬਾਬਾ ਅਮਰਦਾਸ ਜੀ ਦਾ ਸਫ਼ਰ ਸੇਵਾ ਤੋਂ, ਗਾਗਰ ਤੋਂ ਗੁਰੂ ਸਾਗਰ ਤੱਕ ਦਾ ਸਫ਼ਰ ਹੈ। ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰਿਆਈ ਗੱਦੀ ਤੇ ਬਿਰਾਜਮਾਨ ਕੀਤਾ ਤੇ ਜੋ ਬਾਣੀ ਦਾ ਖਜ਼ਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਖਸ਼ਿਆ ਸੀ, ਉਸ ਦੇ ਵਿੱਚ ਆਪਣੇ ਵੱਲੋਂ ਉਚਾਰਨ ਕੀਤੇ 63 ਸ਼ਲੋਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਾਮਲ ਕਰਕੇ ਇਹ ਗੁਰਬਾਣੀ ਦਾ ਖਜ਼ਾਨਾ, ਗੁਰ ਸ਼ਬਦ ਦੀ ਦਾਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰ ਦਿੱਤੀ। ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬਾਨਾਂ ਦੀ ਉਸਤਤ ਕੀਤੀ ਹੈ। ਉਹ ਗੁਰੂ ਅਮਰਦਾਸ ਦੀ ਉਸਤਤ ਦੇ ਵਿੱਚ ਸਵਈਏ ਉਚਾਰਨ ਕਰਦੇ ਨੇ, ਨਾਮ ਰਸਨ ਗੁਰਮੁਖ ਬਰਦਾਇਓ, ਉਲਟ ਗੰਗ ਪਛਮ ਧਰੀਆ, ਸੋਈ ਭਗਤ ਭਵ ਤਾਰਨ, ਸੋਈ ਨਾਮ ਭਗਤ ਭਵ ਤਾਰਨ, ਗੁਰ ਅਮਰਦਾਸ ਗੁਰ ਕੋ ਫੁਰਿਆ। ਭੱਟ ਸਾਹਿਬ ਕਹਿੰਦੇ ਨੇ ਕਿ ਜਿਸ ਨਾਮ ਨੂੰ ਵਰਤਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੰਸਾਰੀ ਜੀਵਾਂ ਦੀ ਬਿਰਤੀ ਨੂੰ ਸੰਸਾਰ ਵੱਲੋਂ ਉਲਟਾ ਕੇ ਨਿਰੰਕਾਰ ਵੱਲ ਜੋੜ ਦਿੱਤਾ, ਉਹੋ ਹੀ ਨਾਮ ਜਿਹੜਾ ਭਗਤਾਂ ਦੇ ਪਾਰ ਉਤਾਰਾ ਕਰਨ ਵਾਲਾ ਹੈ, ਉਹ ਨਾਮ ਗੁਰੂ ਅਮਰਦਾਸ ਨੂੰ ਗੁਰੂ ਅੰਗਦ ਸਾਹਿਬ ਦੀ ਕਿਰਪਾ ਦੇ ਨਾਲ ਫੁਰਿਆ ਭਾਵ ਅਨੁਭਵ ਹੋਇਆ। ਨਾਮ ਰਸਨ ਗੁਰਮੁਖ ਬਰਦਾਇਓ, ਉਲਟ ਗੰਗ ਪਛਮ ਧਰੀਆ, ਸੋਈ ਨਾਮ ਭਗਤ ਭਵ ਤਾਰਨ, ਗੁਰ ਅਮਰਦਾਸ ਕੋ ਫੁਰਿਆ। ਗੁਰੂ ਅਮਰਦਾਸ ਮਹਾਰਾਜ ਨੂੰ ਉਹ ਦਾਤ ਪ੍ਰਾਪਤ ਹੋਈ। ਸਤਿਗੁਰੂ ਜੀ ਨੇ ਆਪਣੇ ਇਸ ਅਨੁਭਵ ਨੂੰ ਗੁਰਿਆਈ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੀ ਰਸਨਾ ਤੋਂ ਬਾਣੀ ਰਾਹੀਂ ਉਚਾਰਨ ਕੀਤਾ ਤੇ ਪਾਤਸ਼ਾਹ ਨੇ ਫਰਮਾਇਆ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੀ ਸਮਾਨਾ, ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਪਾਤਸ਼ਾਹ ਕਹਿਣ ਲੱਗੇ, ਇਸ ਸ਼ਬਦ ਨੂੰ, ਇਸ ਗੁਰਬਾਣੀ ਨੂੰ ਜਿਹੜਾ ਜੀਉ ਜਾਣੇਗਾ, ਆਪਣੇ ਹਿਰਦੇ ਤੋਂ, ਆਪਣੇ ਜੀ ਜਾਨ ਤੋਂ ਇਸ ਪਾਵਨ ਬਾਣੀ ਨੂੰ ਪੜ੍ਹ ਕੇ ਹਿਰਦੇ ਵਿੱਚ ਵਸਾਏਗਾ ਤੇ ਉਸ ਦੇ ਅੰਦਰ ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦੀ ਸਿਫਤ ਸਲਾਹ ਸਦਾ ਲਈ ਟਿਕ ਜਾਏਗੀ। ਨਾਲ ਸਤਿਗੁਰਾਂ ਇਹ ਵੀ ਪ੍ਰੇਰਨਾ ਕੀਤੀ ਪਿਆਰ ਸਹਿਤ ਗੁਰ ਸਿੱਖਾਂ ਨੂੰ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਨੰਦ ਸਾਹਿਬ ਦੇ ਵਿੱਚੋਂ ਇਹ ਪੌੜੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਗੁਰਸਿੱਖਾਂ ਨੂੰ ਪ੍ਰੇਰਨਾ ਕੀਤੀ ਕਿ ਤੁਸਾਂ ਨੇ ਬਾਣੀ ਤੇ ਗਾਉਣੀ ਹੈ, ਪਰ ਸੱਚੀ ਬਾਣੀ ਗਾਉਣੀ ਹੈ, ਕੱਚੀ ਬਾਣੀ ਨਹੀਂ ਗਾਉਣੀ। ਔਰ ਸੱਚੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਅਸੀਂ ਬਹੁਤ ਵਾਰੀ ਕੁਝ ਪਤਿਤ ਕਲਾਕਾਰਾਂ ਦੇ ਗਾਏ ਹੋਏ ਗੀਤਾਂ ਨੂੰ ਵੀ ਸ਼ਬਦ ਸਮਝਣ ਲੱਗ ਪੈਂਦੇ ਹਾਂ।
ਠੀਕ ਹੈ, ਉਹਨਾਂ ਨੇ ਆਪਣੀ ਭਾਵਨਾ ਨਾਲ ਜਾਂ ਜਿਸ ਵੀ ਪੱਖ ਤੋਂ ਗੁਰੂ ਉਸਤਤ ਵਿੱਚ ਕੋਈ ਗੀਤ ਗਾਇਆ ਹੈ, ਪਰ ਉਹ ਗੁਰਸ਼ਬਦ ਗੁਰਬਾਣੀ ਦਾ ਦਰਜਾ ਉਸ ਨੂੰ ਨਹੀਂ ਦਿੱਤਾ ਜਾ ਸਕਦਾ। ਸੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਹੈ ਉਹ ਬਾਣੀ ਹੈ। ਇਸ ਲਈ ਗੁਰੂ ਸਾਹਿਬ ਨੇ ਇਹ ਵੀ ਸੁਚੇਤ ਕੀਤਾ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰੂ ਤੋਂ ਬਿਨਾ ਜੋ ਬਾਣੀ ਹੈ ਉਹ ਕੱਚੀ ਹੈ, ਔਰ ਉਸ ਬਾਣੀ ਨੂੰ ਉਚਾਰਨ ਕਰਨ ਵਾਲੇ, ਉਸ ਬਾਣੀ ਨੂੰ ਪੜ੍ਹਨ ਵਾਲੇ ਵੀ ਕੱਚੇ ਹੋ ਜਾਂਦੇ ਨੇ, ਕੱਚੇ ਜੀਵਨ ਵਾਲੇ ਹੋ ਜਾਂਦੇ ਨੇ। ਕਿਉਂਕਿ ਗੁਰੂ ਅਮਰਦਾਸ ਦੇ ਸਮੇਂ ਤੱਕ ਗੁਰੂ ਕੁਲ ਦੇ ਕੁਝ ਲੋਕ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਕੁਝ ਕਵਿਤਾ, ਕੁਝ ਰਚਨਾ ਕਰਨ ਲੱਗ ਪਏ ਸਨ, ਤੇ ਉਹ ਵੀ ਉਸ ਨੂੰ ਬਾਣੀ ਆਖਦੇ ਸਨ ਤੇ ਉਹਦਾ ਪ੍ਰਚਾਰ ਕਰਨ ਦਾ ਯਤਨ ਕਰਦੇ ਸਨ। ਗੁਰੂ ਅਮਰਦਾਸ ਮਹਾਰਾਜ ਨੇ ਸੁਚੇਤ ਕੀਤਾ ਕਿ ਜਿਹੜੇ ਕੱਚੀ ਬਾਣੀ ਕਹਿਣ ਵਾਲੇ ਤੇ ਪੜ੍ਹਨ ਵਾਲੇ ਨੇ ਉਹ ਵੀ ਕੱਚੇ ਜੀਵਨ ਵਾਲੇ ਹੀ ਹੋਣਗੇ। ਇਸ ਲਈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਸੋ ਸਿੱਖ ਨੇ ਸੁਚੇਤ ਹੋਣਾ, ਸੱਚੀ ਬਾਣੀ ਦੇ ਨਾਲ ਪਿਆਰ ਪਾਉਣਾ, ਔਰ ਇਸ ਪਾਵਨ ਗੁਰਬਾਣੀ ਗੁਰਸ਼ਬਦ ਦੀ ਮਹਾਨਤਾ ਨੂੰ ਸਮਝਦਿਆਂ ਹੋਇਆਂ ਕਿ ਇੱਕ ਸ਼ਬਦ ਬਾਬਾ ਅਮਰਦਾਸ ਸੁਣਦੇ ਨੇ, ਉਹ ਸ਼ਬਦ ਦੇ ਬਰਕਤ ਵਰਤਾਈ, ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ, ਆ ਕੇ ਸੇਵਾ ਘਾਲਣਾ ਕੀਤੀ ਤੇ ਗੁਰਿਆਈ ਗੱਦੀ ਦੀ ਪ੍ਰਾਪਤੀ ਕੀਤੀ। ਤੇ ਗੁਰਿਆਈ ਗੱਦੀ ਤੇ ਬੈਠ ਕੇ ਸਤਿਗੁਰੂ ਗੁਰੂ ਅਮਰਦਾਸ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ, ਜਿਸ ਦੇ ਵਿੱਚ ਉਸੇ ਹੀ ਸੱਚੇ ਧਰਮ ਦਾ ਵਿਖਿਆਨ ਹੈ ਕਿ ਅਕਾਲ ਪੁਰਖ ਇੱਕ ਹੈ। ਉਸ ਦੀ ਸਿਫਤ ਸਲਾਹੀ, ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਹੀ ਮਨੁੱਖ ਜਿਹੜਾ ਉਸ ਸੱਚੇ ਦੇ ਵਿੱਚ ਅਭੇਦ ਹੋ ਸਕਦਾ ਹੈ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।